ना वारस दी बोली मरदी ना ही बुल्ला रोंदा, माँ बोली दी छत ना चोंदी ना ये कोठा ढोंदा। दोस्तों प्रोग्राम साहित्य अंग संग लैके मैं थोड़ा मेज़बान कमलजीत सिंह सिद्धू हाज़र हाँ। सो सब तो पहला प्रवान करो वाहिगुरू जी का खालसा वाहिगुरू जी की फतेह। गल पंजाबी ਸਾਹਿਤ ਦੀ ਅਦਬ ਦੀ ਇਸ ਪ੍ਰੋਗਰਾਮ ਦੇ ਜ਼ਰੀਏ ਅਸੀਂ ਤੁਹਾਡੇ ਰੂਬਰੂ ਕਰਦੇ ਹਾਂ ਔਰ ਹਮੇਸ਼ਾ ਹੀ ਕੋਈ ਨਾ ਕੋਈ ਖਾਸ ਸ਼ਖਸੀਅਤ ਨੂੰ ਤੁਹਾਡੇ ਰੂਬਰੂ ਕੀਤਾ ਜਾਂਦਾ ਹੈ। ਅੱਜ ਜਿਵੇਂ ਕਿ ਪੰਜਾਬੀ ਮਾਂ ਬੋਲੀ ਦੇ ਬਾਰੇ ਪੂਰੇ ਦੇਸ਼ ਦੇ ਵਿੱਚ ਇੱਕ ਵਾਵ ਰੌਲਾ ਜਿਹੜਾ ਮੱਚਿਆ ਪਿਆ, ਵੈਸੇ ਤਾਂ ਹੁਣ ਦੀ ਗੱਲ ਨਹੀਂ ਗੀ, ਚਿਰਾਂ ਤੋਂ ਹੀ ਮਾਂ ਬੋਲੀ ਦੇ ਜਿਹੜੇ ਦੋਖੀ ਆ ਪੰਜਾਬੀ ਦੇ ਖਾਸ ਤੌਰ ਦੇ ਉੱਤੇ ਉਹਨਾਂ ਦੀਆਂ ਕੋਸ਼ਿਸ਼ਾਂ ਹੈਗੀਆਂ ਕਿ ਇਸ ਬੋਲੀ ਨੂੰ ਅੱਗੇ ਨਾ ਆਉਣ ਦਿੱਤਾ ਜਾਵੇ। ਗੱਲ ਚਾਹੇ ਉਹ ਚੜ੍ਹਦੇ ਪੰਜਾਬ ਦੀ ਹੋਵੇ ਅਤੇ ਚਾਹੇ ਉਹ ਲਹਿੰਦੇ ਪੰਜਾਬ ਦੀ ਹੋਵੇ, ਇੱਧਰ ਹਿੰਦੀ ਦਾ ਬੋਲਬਾਲਾ ਅਤੇ ਉੱਧਰ ਉਰਦੂ ਦਾ ਜਿਹੜਾ ਗਲਬਾ ਆ ਉਹ ਪੰਜਾਬੀ ਮਾਂ ਬੋਲੀ ਉੱਤੇ ਛਾਇਆ ਹੋਇਆ। ਸੋ ਅੱਜ ਸਾਡੇ ਕੋਲ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਮੀਤ ਪ੍ਰਧਾਨ ਦੀਪ ਦਵਿੰਦਰ ਸਿੰਘ ਜੀ ਬਤੌਰ ਮਹਿਮਾਨ ਸ਼ਿਰਕਤ ਕਰ ਰਹੇ ਨੇ ਅਤੇ ਮੈਂ ਸਭ ਤੋਂ ਪਹਿਲਾਂ ਸਿੱਖ ਚੈਨਲ ਦੇ ਇਸ ਪ੍ਰੋਗਰਾਮ ਦੇ ਵਿੱਚ ਉਹਨਾਂ ਨੂੰ ਜੀ ਆਇਆਂ ਨੂੰ ਕਹਿਣਾ ਹੈ। ਦਵਿੰਦਰ ਜੀ ਸਤਿ ਸ਼੍ਰੀ ਅਕਾਲ ਅਤੇ ਸਵਾਗਤ ਹੈ ਸਾਡੇ ਪ੍ਰੋਗਰਾਮ ਦੇ ਵਿੱਚ। ਸਤਿ ਸ਼੍ਰੀ ਅਕਾਲ, ਹਾਂਜੀ ਬਹੁਤ ਮਿਹਰਬਾਨੀ ਜੀ। ਅਤੇ ਕਿਸ ਤਰੀਕੇ ਅੱਜ ਸਫ਼ਰ ਚੱਲ ਰਿਹਾ ਹੈਗਾ ਜੀ ਅਦਬ ਦਾ? ਠੀਕ ਠਾਕ? ਹਾਂ ਬਿਲਕੁਲ ਜੀ, ਮੈਨੂੰ ਮਾਣ ਹੈ ਕਿ ਮੈਂ ਆਪਣੀ ਭਾਸ਼ਾ ਦਾ ਜੀ ਇੱਕ ਲੇਖਕ ਹਾਂ ਜੀ। ਸਵੇਰੇ ਉੱਠਦੇ ਹਾਂ ਅਤੇ ਜਦੋਂ ਬਹੁਤ ਲੋਕਾਂ ਦੇ ਫੋਨ ਆਪਣੀਆਂ ਕਹਾਣੀਆਂ ਜਿਨ੍ਹਾਂ ਨੇ ਪੜ੍ਹੀਆਂ ਹੁੰਦੀਆਂ ਜਾਂ ਹੋਰ ਕੋਈ ਗੱਲਾਂ ਦੇ ਜ਼ਰੀਏ ਸਾਨੂੰ ਆਪਣੀ ਭਾਸ਼ਾ 'ਚ ਗੱਲ ਕਰਦੇ ਆ ਅਤੇ ਸਾਨੂੰ ਬਹੁਤ ਮਾਣ ਹੁੰਦਾ ਕਿ ਅਸੀਂ ਪੰਜਾਬੀ ਮਾਤ ਭਾਸ਼ਾ ਦੇ ਜਿਹੜੇ ਆ ਕੁਝ ਅੱਖਰ ਲਿਖਣ ਦੇ ਜਿਹੜੇ ਆ ਥੋੜ੍ਹੇ ਕਾਬਲ ਆ, ਜਿਹਦੇ ਕਰਕੇ ਮਾਣ ਸਨਮਾਨ ਤੁਹਾਡੇ ਵਰਗੇ ਦੋਸਤ ਵੀ ਦਿੰਦੇ ਆ ਜੀ। ਦਵਿੰਦਰ ਜੀ ਅੱਜ ਜਿਵੇਂ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇੱਕ ਬਿਆਨ ਦਿੱਤਾ ਹੈਗਾ, ਇੱਕ ਰਾਸ਼ਟਰ ਇੱਕ ਭਾਸ਼ਾ, ਤੁਹਾਡਾ ਇਹਦੇ ਬਾਰੇ ਕੀ ਕਹਿਣਾ ਹੈ? ਇਹਦੇ ਤੋਂ ਪਹਿਲਾਂ ਸਿੱਧੂ ਸਾਹਿਬ ਮੈਂ ਸਭ ਤੋਂ ਪਹਿਲਾਂ ਵਿਸ਼ੇਸ਼ ਤੌਰ ਦੇ ਉੱਤੇ ਸਿੱਖ ਚੈਨਲ ਦਾ ਇਸ ਕਰਕੇ ਧੰਨਵਾਦ ਕਰਨਾ ਚਾਹੂੰਗਾ ਆਪਣੀ ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਜੀ, ਕਿ ਜਦੋਂ ਅੱਜ ਦੀ ਭੱਜ ਨੱਠ ਵਾਲੀ ਜ਼ਿੰਦਗੀ 'ਚ ਤੇਜ਼ ਤਰਾਰ ਇੱਕ ਦੂਜੇ ਦੀ ਅੱਗੇ ਲੰਘਣ ਦੀ ਦੌੜ 'ਚ ਜਦੋਂ ਹਰ ਨੂੰ ਅਫਰਾ ਤਫਰੀ ਪਈ ਹੈ ਅਤੇ ਤੁਹਾਡੇ ਵਰਗੇ ਲੋਕ ਇਸ ਸਿੱਖ ਚੈਨਲ ਵਰਗੇ ਸਾਰੇ ਪ੍ਰਬੰਧਕ ਇਸ ਕਰਕੇ ਵਧਾਈ ਦੇ ਪਾਤਰ ਹੈ ਕਿ ਉਹ ਮਾਤ ਭਾਸ਼ਾ ਦੀ ਚਿੰਤਾ ਦੀ ਗੱਲ ਕਰਦੇ ਆ, ਉਹਦੇ ਉੱਤੇ ਸੰਵਾਦ ਰਚਾਉਣ ਵਰਗਾ ਜਿਹੜੀ ਆ ਉਹ ਗੱਲ ਕਰਦੇ ਆ। ਮੈਂ ਇਸ ਗੱਲੋਂ ਸਭ ਤੋਂ ਪਹਿਲਾਂ ਤਾਂ ਚੈਨਲ ਦੀ ਸਮੁੱਚੀ ਟੀਮ ਦਾ ਤੁਹਾਡੇ ਸਮੇਤ ਧੰਨਵਾਦ ਕਰਨਾ ਜੀ। ਸ਼ੁਕਰੀਆ। ਦੇਖੋ, ਜਿੱਥੋਂ ਤੱਕ ਸ਼ਾਹ ਹੋਣਾ ਦੇ ਉਸ ਬਿਆਨ ਦੀ ਗੱਲ ਹੈ, ਉਹਨੇ ਦੇਸ਼ 'ਚ ਨਹੀਂ ਵਿਦੇਸ਼ ਦੇ ਵਿੱਚ ਵੀ ਜਿੱਥੇ ਜਿੱਥੇ ਵੀ ਵੱਖ-ਵੱਖ ਜ਼ਬਾਨਾਂ 'ਚ ਗੱਲ ਕਰਨ ਵਾਲੇ ਜਿਹੜੇ ਲੋਕ ਨੇ ਉਹਨਾਂ ਨੂੰ ਚਿੰਤਤ ਜ਼ਰੂਰ ਕੀਤਾ। ਉਹਦੇ ਕਾਰਨ ਇਹ ਵੀ ਹੋ ਸਕਦੇ ਆ ਕਿ ਸਾਡੇ ਇਸ ਮੁਲਕ ਦੇ ਜਿਹੜੇ ਸਿਰੇ ਦੇ ਪ੍ਰਬੰਧਕ ਨੇ ਜੀ, ਜਦੋਂ ਉਹ ਇਹ ਗੱਲ ਕਰਦੇ ਆ ਕਿ ਇਹ ਭਾਸ਼ਾਵਾਂ ਦੇ ਖਤਰੇ ਦਾ ਜਿਹੜਾ ਬਿਗਲ ਕਈ ਤਰ੍ਹਾਂ ਤੋਂ ਵੱਜ ਰਿਹਾ, ਉਹਦੇ 'ਤੇ ਹੋਰ ਉਹਨੂੰ ਬੜਾਵਾ ਦੇਣ ਦੀ ਗੱਲ ਕਰਦੇ ਆ ਅਤੇ ਜ਼ਾਹਰ ਹੈ ਕਿ ਚਿੰਤਾ ਜਿਹੜੀ ਹੈ ਉਹ ਜ਼ਰੂਰ ਹੁੰਦੀ ਹੈ। ਲੇਕਿਨ ਬਹੁਤੀ ਵਾਰੀ ਅਸੀਂ ਇਹ ਵੀ ਸੋਚਦੇ ਹਾਂ ਕਿ ਇਸ ਮੀਡੀਆ ਦੇ ਯੁੱਗ 'ਚ ਜਦੋਂ ਅਫਰਾ ਤਫਰੀ ਫੈਲਾਉਣ ਨੂੰ ਸਾਡੇ ਕੋਲ ਬੜੇ ਸਾਧਨ ਹੋਣ ਅਤੇ ਅਸੀਂ ਆਮ ਲੋਕਾਂ ਦਾ ਹੋਰਨਾਂ ਮੁੱਦਿਆਂ ਤੋਂ ਧਿਆਨ ਹਟਾਉਣ ਵਾਸਤੇ ਵੀ ਕਈ ਵਾਰੀ ਇਹੋ ਜਿਹੀਆਂ ਜਿਹੜੀਆਂ ਨਿੱਕੀਆਂ ਮੋਟੀਆਂ ਗੱਲਾਂ ਨੇ ਉਹ ਛੇੜ ਕੇ ਅਤੇ ਲੋਕਾਂ ਦਾ ਧਿਆਨ ਇੱਕ ਪਾਸੇ ਵੀ ਜਿਹੜਾ ਉਹ ਕਰ ਸਕਦੇ ਹਾਂ। ਪਰ ਅਸੀਂ ਇਸ ਗੱਲੋਂ ਅਵੇਸਲੇ ਨਾ ਹੋਈਏ ਕਿ ਇਹ ਕੋਈ ਗੱਲ ਨਹੀਂ, ਇਹ ਵਕਤੀ ਗੱਲਾਂ ਨੇ, 2-4 ਦਿਨਾਂ ਦੀ ਖੇਡ ਹੈ। ਪਰ ਇਹ ਜਿਸ ਤਰ੍ਹਾਂ ਪਿਛਲੇ ਕਈ ਦਹਾਕਿਆਂ ਤੋਂ ਭਾਸ਼ਾਵਾਂ ਨੂੰ, ਸੱਭਿਆਚਾਰ, ਵੱਖ-ਵੱਖ ਸੱਭਿਆਚਾਰ ਨੂੰ, ਭਾਸ਼ਾਵਾਂ ਨੂੰ ਜਿਸ ਤਰ੍ਹਾਂ ਖਤਰੇ ਉਹਨਾਂ ਦੇ ਉੱਤੇ ਮੰਡਰਾ ਰਹੇ ਆ, ਇਹ ਮੈਨੂੰ ਲੱਗਦਾ ਹੈ ਕਿ ਸਾਨੂੰ ਜਿਹੜਾ ਉਹ ਸੁਚੇਤ ਹੋ ਕੇ ਅਤੇ ਇਹਦੇ 'ਤੇ ਪਹਿਰਾ ਦੇਣ ਦੀ ਜਿਹੜੀ ਸਾਨੂੰ ਲੋੜ ਹੈ। ਅਸੀਂ ਪਹਿਲਾਂ ਜਿਹੜੀ ਆ ਪੰਜਾਬੀ ਬੋਲੀ ਦੀ ਗੱਲ ਤੋਂ ਸਾਰੇ ਮੁਨੱਕਰ ਹੁੰਦੇ ਜਾਂਦੇ ਹਾਂ। ਸਾਡੇ ਘਰਾਂ ਦੇ ਵਿੱਚ ਵੀ ਸਾਨੂੰ ਜਿਹੜਾ ਵੱਡਾ ਡਰ ਜਿਹੜਾ ਹੈਗਾ ਆ, ਕਹਿੰਦੇ ਵੀ ਜੇ ਮੈਂ ਕਹਾਂ ਕਿ ਆਪਣਿਆਂ ਤੋਂ ਜ਼ਿਆਦਾ ਡਰ ਹੈਗਾ, ਕਿਉਂਕਿ ਅਸੀਂ ਜਿਹੜੇ ਆ ਅੱਜ ਇਸ ਗੱਲ ਨੂੰ ਤਲਾਂਜਲੀ ਦੇ ਰਹੇ ਹੈਗੇ ਆ, ਇਹ ਤੋਂ ਭੱਜ ਰਹੇ ਹਾਂ ਵੀ ਬੋਲੀ ਜਿਹੜੀ ਹੈ, ਜਿਵੇਂ ਸਾਡੇ ਸਕੂਲਾਂ ਦੇ ਵਿੱਚ ਹਾਲਾਤ ਹੈਗੇ ਆ ਕਿ ਬੱਚਿਆਂ ਨੂੰ ਉੱਥੇ ਨਹੀਂ ਪੜ੍ਹਾਇਆ ਜਾ ਰਿਹਾ, ਅੰਗਰੇਜ਼ੀ ਸਕੂਲਾਂ ਵਿੱਚ ਤਾਂ ਖਾਸ ਤੌਰ ਦੇ ਉੱਤੇ ਆ, ਅਤੇ ਆਮ ਤੌਰ ਦੇ ਉੱਤੇ ਹੁਣ ਦੀ ਜਿਹੜੀ ਨਵੀਂ ਪੜ੍ਹੀ ਲਿਖੀ ਪੀੜ੍ਹੀ ਹੈ ਦਵਿੰਦਰ ਜੀ, ਉਹਨਾਂ ਦਾ ਵੀ ਇਹ ਦੇਖਿਆ ਖਾਸ ਤੌਰ ਦੇ ਉੱਤੇ ਅਗਰ ਮੈਂ ਗੱਲ ਨਵੀਂ ਬੱਚੇ ਜਿਹੜੇ ਹੈਗੇ ਉਹਨਾਂ ਦੀਆਂ ਮਾਵਾਂ ਜਿਹੜੀਆਂ ਨਵੇਂ ਯੁੱਗ ਦੀਆਂ ਹੈਗੀਆਂ, ਉਹ ਚਾਹੁੰਦੀਆਂ ਹੀ ਨਹੀਂ ਕਿ ਬੱਚੇ ਜਿਹੜੇ ਆ ਉਹ ਪੰਜਾਬੀ ਬੋਲਣ, ਸ਼ਾਇਦ ਉਹਨਾਂ ਨੂੰ ਫੂਡ ਭਾਸ਼ਾ ਲੱਗਦੀ ਆ। ਤੁਹਾਡਾ ਕੀ ਕਹਿਣਾ ਇਸ ਬਾਰੇ? ਸਿੱਧੂ ਸਾਹਿਬ, ਮੈਂ ਗਲਪ ਦਾ ਵਿਦਿਆਰਥੀ ਹਾਂ ਅਤੇ ਕਹਾਣੀ ਮੇਰਾ ਕਾਰਜ ਖੇਤਰ ਹੈ। ਜਿਹੜੀ ਗੱਲ ਮਨ ਨੂੰ ਸਕੂਨ ਕਈ ਵਾਰ ਦਿੰਦੀ ਹੈ ਜੀ ਕਿ ਸਾਡੇ ਇਸ ਖਿੱਤੇ 'ਚ ਅਤੇ ਖਾਸ ਕਰਕੇ ਭਾਰਤੀ ਸੱਭਿਆਚਾਰ 'ਚ ਵੀ ਇੱਕ ਖਾਸ ਰਿਵਾਜ ਹੈ
ਕਿ ਸਾਡੇ ਘਰ ਦਾ ਜਦੋਂ ਕੋਈ ਵੱਡਾ ਬਜ਼ੁਰਗ ਢਿੱਲਾ ਮੱਠਾ ਹੋ ਜਾਂਦਾ ਹੈ, ਉਹਦੀ ਸਿਹਤ ਢਿੱਲੀ ਹੋ ਜਾਂਦੀ ਹੈ, ਤੇ ਅਸੀਂ ਉਹਦੇ ਜਿਹੜੇ ਪੁੱਤਰ ਧੀਆਂ ਵਾ ਉਹ ਰਲ ਕੇ ਬੈਠਦੇ ਹਾਂ, ਉਹਦੇ ਸਿਹਤ ਦੀ ਚਿੰਤਾ ਕਰਦੇ ਹਾਂ, ਉਹਦੇ ਇਲਾਜ ਬਾਰੇ ਸਲਾਹਾਂ ਕਰਦੇ ਹਾਂ, ਤੇ ਸਾਰੇ ਜਾਣੇ ਉਹਦੇ ਬਾਰੇ ਸੋਚਦੇ ਹਾਂ। ਅੱਜ ਦੁਨੀਆ ਭਰ ਦੇ ਵਿੱਚ ਇੱਕ ਅੰਦਾਜ਼ੇ ਮੁਤਾਬਕ ਕਿ 5600 ਤੋਂ ਉੱਪਰ ਵੱਖ-ਵੱਖ ਮੁਲਕਾਂ ਦੇ ਵੱਖ-ਵੱਖ ਖਿੱਤਿਆਂ 'ਚ ਲੋਕ ਵੱਖ-ਵੱਖ ਜ਼ੁਬਾਨਾਂ 'ਚ ਗੱਲ ਕਰਦੇ ਆ ਜੀ। ਤੇ ਜਦੋਂ ਜਨੈਕਸੋ ਵੱਲੋਂ ਤੈਅ ਕੀਤਾ ਜਿਹੜਾ ਮਾਤ ਭਾਸ਼ਾ ਦਿਵਸ ਪੂਰੀ ਦੁਨੀਆ 'ਚ ਮਨਾਇਆ ਜਾਂਦਾ ਹੈ, ਤੇ ਨਿਰਸੰਦੇਹ ਸਭ ਖਿੱਤੇ 'ਚ ਆਪੋ ਆਪਣੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਜਿਹੜੇ ਲੋਕ ਨੇ ਉਹ ਇਕੱਠੇ ਹੁੰਦੇ ਨੇ, ਉਹ ਭਾਸ਼ਾ ਦੀਆਂ ਪ੍ਰਾਪਤੀਆਂ ਦੀ ਗੱਲ ਕਰਦੇ ਨੇ, ਉਹਦੇ 'ਚ ਹੋਰ ਤਰੱਕੀਆਂ ਦੀਆਂ ਯੋਜਨਾਵਾਂ ਉਹ ਲਿਖਦੇ ਨੇ। ਕਈਆਂ ਮੁਲਕਾਂ 'ਚ ਤੇ ਇੱਥੋਂ ਤੱਕ ਵੀ ਅਸੀਂ ਸੁਣਦੇ ਹਾਂ ਕਿ ਉਹ ਭਾਸ਼ਾ ਨੂੰ ਲੋਕ ਇੰਨਾ ਪਿਆਰ ਕਰਦੇ ਆ ਕਿ ਉਸ ਦਿਨ ਨੂੰ ਯਾਦਗਾਰੀ ਬਣਾਉਣ ਲਈ ਆਪਣੀਆਂ ਵਿਆਹ ਸ਼ਾਦੀਆਂ ਉਸ ਦਿਨ ਰੱਖਦੇ ਆ, ਆਪਣੇ ਬੱਚਿਆਂ ਦੇ ਜਿਹੜੇ ਆ ਉਹ ਜਨਮ ਦਿਨ ਜਾਂ ਹੋਰ ਸਮਾਗਮ ਉਸ ਦਿਨ ਨੂੰ ਰੱਖ ਕੇ ਤੇ ਦਿਨ ਨੂੰ ਹੋਰ ਯਾਦਗਾਰੀ ਬਣਾਉਂਦੇ ਆ। ਲੇਕਿਨ ਮਹਿਜ ਅਸੀਂ ਇੱਕ ਪੰਜਾਬੀ ਕੌਮ ਹੈ, ਸਾਡੀ ਪੰਜਾਬੀ ਜ਼ੁਬਾਨ ਦੇ ਚਾਹੁਣ ਵਾਲੇ ਆ ਕਿ ਜਦੋਂ ਅਸੀਂ ਪੰਜਾਬੀ ਦੀ ਗੱਲ ਕਰਦੇ ਹਾਂ ਤੇ ਅਸੀਂ ਚਿੰਤਾ ਨਾਲ ਸ਼ੁਰੂ ਕਰਦੇ ਹਾਂ ਕਿ ਸਾਡੇ ਘਰਾਂ 'ਚੋਂ ਪੰਜਾਬੀ ਬੋਲਣੀ ਗਾਇਬ ਹੋ ਰਹੀ ਹੈ, ਸਾਡੇ ਆਸੇ-ਪਾਸੇ 'ਚ ਜਿਹੜੀ ਪੰਜਾਬੀ ਹੈ ਉਹਦੇ ਤੋਂ ਲੋਕੀ ਮੂੰਹ ਕਿਉਂ ਵੱਟ ਰਹੇ ਆ। ਤੁਸੀਂ ਮੇਰੀ ਗੱਲ ਨਾਲ ਸਹਿਮਤ ਹੋਵੋਗੇ ਕਿ ਜਦੋਂ ਲੋਕ ਗਾਇਕ ਸਟੇਜਾਂ 'ਤੇ ਬੋਲਦਿਆਂ ਜੱਗਾ ਜੱਟ ਬੋਲਦੇ ਹੁੰਦੇ ਸੀ ਤੇ ਉਹਦੀਆਂ ਮੁੱਢਲੀਆਂ ਦੋ ਲਾਈਨਾਂ ਨੇ ਕਿ ਇੱਕ ਮਾਂ ਜਦੋਂ ਆਪਣੇ ਹੋਂਦ ਨੂੰ ਖਤਰੇ 'ਚ ਮਹਿਸੂਸਦੀ ਹੈ ਤੇ ਉਹ ਕਹਿੰਦੀ ਹੈ ਕਿ ਪਤਾ ਹੁੰਦਾ ਜੇ ਜੱਗੇ ਨੇ ਮਰ ਜਾਣਾ ਇੱਕ ਦੇ ਮੈਂ ਦੋ ਜੰਮਦੀ। ਯਾਰ ਅਸੀਂ ਲੱਖਾਂ ਕਰੋੜਾਂ ਆਪਣੀ ਮਾਂ ਦੇ ਧੀਆਂ ਪੁੱਤਰ ਹੈ, ਤੇ ਜੇ ਸਾਡੀ ਮਾਂ ਦੀ ਬੇਕਦਰੀ ਸਾਡੀ ਅੱਖਾਂ ਦੇ ਸਾਹਮਣੇ ਹੁੰਦੀ ਹੈ ਤੇ ਸਭ ਤੋਂ ਪਹਿਲਾਂ ਇਹ ਕਿਸੇ ਦਾ ਵੀ ਨਿੱਜੀ ਮਸਲਾ ਨਹੀਂ, ਇਹ ਸਾਡੀ ਸਾਂਝੀ ਜ਼ੁਬਾਨ ਦਾ ਮਸਲਾ ਹੈ। ਜਿਹੜਾ ਤੁਸੀਂ ਜਿਸ ਗੱਲ ਦੀ ਚਿੰਤਾ ਕੀਤੀ ਹੈ ਕਿ ਬੱਚੇ ਕਿਉਂ ਮੂੰਹ ਵੱਟ ਰਹੇ ਆ, ਸਿੱਧੂ ਸਾਹਿਬ ਸਭ ਤੋਂ ਪਹਿਲਾਂ ਅਸੀਂ ਜਨੈਕਸੋ ਦੇ ਉਸ ਤੱਥ ਵੱਲ ਜਾਈਏ ਜਿਹੜਾ ਭਾਸ਼ਾਵਾਂ ਦੇ ਖਤਰੇ ਬਾਰੇ ਜਾਗਰੂਕ ਕਰਦਾ ਹੈ ਕਿ ਉਹ ਭਾਸ਼ਾ ਖਤਰੇ 'ਚ ਹੁੰਦੀ ਹੈ ਜਿਹਨੂੰ ਬੱਚੇ ਨਾ ਬੋਲਣ ਤੇ ਬੁੱਢੇ ਬੋਲਣ ਲਈ ਰਹਿ ਜਾਣ। ਅੱਜ ਜਦੋਂ ਅਸੀਂ ਇਸ ਸੰਦਰਭ ਨੂੰ ਆਪਣੀ ਪੰਜਾਬੀ ਭਾਸ਼ਾ ਦੇ ਉੱਤੇ ਦੇਖਦੇ ਹਾਂ ਤੇ ਅਸੀਂ ਕਿਉਂਕਿ ਕਾਰ ਵਿਹਾਰ ਦੇ ਲੋਕ ਹਾਂ, ਬਹੁਤ ਸਾਰੇ ਲੋਕਾਂ ਦੇ ਘਰਾਂ 'ਚ ਸਾਨੂੰ ਆਉਣਾ ਜਾਣਾ ਮਿਲਦਾ ਹੈ। ਤੁਸੀਂ ਕਦੀ ਸਵੇਰੇ ਆਮ ਲੋਕਾਂ ਦੇ ਘਰਾਂ 'ਚ ਜਾ ਕੇ ਦੇਖੋ ਕਿ ਉਹਨਾਂ ਦੇ ਦਰਵਾਜ਼ਿਆਂ ਦੇ ਵਿੱਚ ਘਰਾਂ 'ਚ ਤੇ ਉਹਨਾਂ ਦੇ ਸ਼ਬਦ ਕੀਰਤਨ ਦੀ ਆਵਾਜ਼ ਆ ਰਹੀ ਹੋਊਗੀ, ਕੋਈ ਨਾ ਕੋਈ ਗੁਰਬਾਣੀ ਦਾ ਪਾਠ ਕਰ ਰਿਹਾ ਹੋਊਗਾ। ਲੇਕਿਨ ਜਦੋਂ ਅਸੀਂ ਉਹਨਾਂ ਦੇ ਡਰਾਇੰਗ ਰੂਮਾਂ 'ਚ ਬੈਠਾਂਗੇ, ਉਹਨਾਂ ਦੇ ਦਰਵਾਜ਼ਿਆਂ ਗਾੜੀਆਂ ਦੀ ਲੰਘਾਂਗੇ ਤੇ 10 ਘਰਾਂ 'ਚੋਂ 7 ਘਰਾਂ ਦੇ ਦਰਵਾਜ਼ਿਆਂ ਮੂਹਰੇ ਗੈਰ ਪੰਜਾਬੀ ਅਖਬਾਰ ਪਏ ਤੁਸੀਂ ਦੇਖੋਗੇ। ਉਹ ਅਖਬਾਰ ਜਦੋਂ ਤੁਹਾਡੇ ਡਾਈਨਿੰਗ ਟੇਬਲ 'ਤੇ ਆਉਣਗੇ, ਤੁਹਾਡੇ ਘਰ ਦੇ ਵਿੱਚ ਆਉਣਗੇ ਤੇ ਤੁਹਾਡੇ ਬੱਚਿਆਂ ਨੇ ਉਹ ਸਿੱਖਿਆ ਲੈਣੀ ਆ ਜਿਹੜੀ ਤੁਸੀਂ ਉਹਨੂੰ ਘਰ 'ਚ ਮੁਹੱਈਆ ਕਰਾਈ ਹੈ। ਉਹਦੇ ਤੋਂ ਵੀ ਅੱਗੇ ਗੱਲ ਪਿੱਛੇ ਜੇ ਹੈਰਾਨੀ ਹੋਈ, ਮੇਰੇ ਰਿਸ਼ਤੇਦਾਰਾਂ 'ਚ ਇੱਕ ਬੱਚੀ ਤੇ ਉਹਨੇ ਆ ਕੇ ਇੱਕ ਗੱਲ ਦੱਸੀ ਕਿ ਮੈਂ ਕਾਲਜ ਪ੍ਰੋਫੈਸਰ ਹਾਂ ਤੇ ਉੱਥੇ ਪੜ੍ਹਾਉਂਦੀ ਹਾਂ ਤੇ ਸਾਡੇ ਕੋਲ ਇੱਕ ਵਿਦਿਆਰਥਣ ਹੈ ਤੇ ਉਹ ਪੰਜਾਬੀ ਦੀ ਗੱਲ ਕਰਦੀ ਹੈ। ਜਦੋਂ ਅਸੀਂ ਉਹਨੂੰ ਇਹ ਕਹਿੰਦੇ ਹਾਂ ਕਿ ਉਹਨੇ ਇੱਕ ਦਿਨ ਸਾਨੂੰ ਇਹ ਮੈਨੂੰ ਕਹਿ ਦਿੱਤਾ ਕਿ ਮੈਡਮ ਜਿਹੜੀ ਆਪਾਂ ਪੜ੍ਹਾਈ ਲਿਖਾਈ ਤੋਂ ਬਗੈਰ ਅਸੀਂ ਬਾਕੀ ਗੱਲਾਂ ਬਾਤਾਂ ਕਰਦੇ ਹਾਂ ਕਿ ਉਹ ਆਪਣੀ ਭਾਸ਼ਾ 'ਚ ਨਹੀਂ ਹੋ ਸਕਦੀਆਂ, ਤੇ ਉਹ ਆਂਦੀ ਵੀ ਸਾਨੂੰ ਜਵਾਬ ਦੇਣਾ ਪਿਆ ਵੀ ਸਾਡੀ ਕਾਲਜ ਮੈਨੇਜਮੈਂਟ ਵੱਲੋਂ ਇਹ ਸਟ੍ਰਿਕਟਲੀ ਆਰਡਰ ਹੈ ਕਿ ਤੁਸੀਂ ਬੱਚਿਆਂ ਨਾਲ ਜਿਹੜੀ ਗੱਲ ਕਰਨੀ ਆ ਉਹ ਪੰਜਾਬੀ 'ਚ ਨਹੀਂ ਕਰਨੀ, ਪੰਜਾਬੀ 'ਚ ਕਰਨ ਦੀ ਬਜਾਏ ਗੈਰ ਪੰਜਾਬੀ ਭਾਸ਼ਾ ਦੇ ਵਿੱਚ ਗੱਲ ਕਰਨੀ ਆ। ਹੁਣ ਸਿੱਧੂ ਸਾਹਿਬ ਤੁਸੀਂ ਦੱਸੋ ਕਿ ਜਦੋਂ ਅਸੀਂ ਆਪਣੇ ਬੱਚਿਆਂ ਨੂੰ ਜਿੰਨਾ ਥੰਮ ਤੋਂ ਉਹਨਾਂ ਨੇ ਭਾਸ਼ਾ ਸਿੱਖਣੀ ਹੈ ਜਾਂ ਆਪਣੇ ਘਰਾਂ ਤੋਂ ਸ਼ੁਰੂ ਕਰਨੀ ਹੈ ਜਾਂ ਉਹਨਾਂ ਸਕੂਲਾਂ ਕਾਲਜਾਂ ਤੋਂ ਸ਼ੁਰੂ ਕਰਨੀ ਹੈ, ਪਹਿਲਾਂ ਤਾਂ ਅਸੀਂ ਉੱਥੇ ਪਾਬੰਦੀਆਂ ਆਪ ਆਇਦ ਕਰਦੇ ਹਾਂ। ਉਹਦੇ ਤੋਂ ਅਗਲੀ ਗੱਲ ਜਿਹੜੀ ਹੈ ਉਹ ਇਹ ਹੈ ਕਿ ਕੀ ਭਾਸ਼ਾ ਜਿਹੜੀ ਹੈ ਬੱਚਾ ਜਿਸ ਭਾਸ਼ਾ 'ਚ ਪੜ੍ਹਾਈ ਮਾਤ ਭਾਸ਼ਾ 'ਚ ਜੇ ਕਰਦਾ ਵਾ ਕੀ ਉਹ ਰੁਜ਼ਗਾਰ ਮੁਖੀ ਜਿਹੜੀ ਹੈ ਭਾਸ਼ਾ ਬਣਦੀ ਹੈ? ਜਿੰਨਾ ਚਿਰ ਭਾਸ਼ਾ ਰੁਜ਼ਗਾਰ ਮੁਖੀ ਨਹੀਂ ਬਣਦੀ, ਭਾਸ਼ਾ 'ਚ ਆਪਣੀ ਭਾਸ਼ਾ 'ਚ ਬੱਚੇ ਬਹੁਤ ਸਾਰੇ ਅਸੀਂ ਦੇਖਦੇ ਹਾਂ ਕਿ ਉਹਨਾਂ ਨੇ ਉਚੇਰੀ ਸਿੱਖਿਆ ਹਾਸਲ ਕਰਕੇ ਉਹਦੇ 'ਤੇ ਕਈ ਡਾਕਟਰੀ ਡਿਗਰੀਆਂ ਹਾਸਲ ਕਰਕੇ ਜਦੋਂ ਉਹ ਡਿਗਰੀਆਂ ਹੱਥ 'ਚ ਫੜ ਕੇ ਵਿਹਲੇ ਫਿਰਦੇ ਆ ਤਾਂ ਉਹ ਆਪਣੀ ਅਗਲੇ ਜਿਹੜੇ ਉਹਨਾਂ ਦੇ ਦੂਸਰੇ ਉਹਨਾਂ ਦੇ ਬੱਚੇ ਵਿਦਿਆਰਥੀ ਜਿਹੜੇ ਦੋਸਤ ਯਾਰ ਨੇ ਜਾਂ ਅਧਿਆਪਕ ਵੀ ਜਿਹੜੇ ਨੇ ਉਹ ਕਿਉਂ ਸਲਾਹ ਦੇਣਗੇ? ਜੀ ਬਿਲਕੁਲ।
ਕਿ ਤੁਸੀਂ ਜਿਹੜੀ ਪੜ੍ਹਾਈ ਹੈ ਉਹ ਮਾਤ ਭਾਸ਼ਾ 'ਚ ਕਰੋ, ਜਦੋਂ ਕਿ ਸਾਡੀ ਰੁਜ਼ਗਾਰ ਦੀ ਭਾਸ਼ਾ ਨਹੀਂ ਹੈ। ਇਹ ਗੱਲ ਸੋ ਮੈਂ ਬੜੀ ਚਿੰਤਾ ਦੇ ਨਾਲ ਇਹ ਗੱਲ ਕਹਿ ਰਿਹਾ ਵਾਂ ਕਿ ਇਸੇ ਪੰਜਾਬ 'ਚ ਜਿਹੜੀਆਂ ਸਾਡੀਆਂ ਵਿਦਿਅਕ ਸੰਸਥਾਵਾਂ ਨੇ, ਤੁਸੀਂ ਕਦੀ ਉਹਨਾਂ ਦਾ ਦੌਰਾ ਕਰਕੇ ਦੇਖੋ ਕਿ ਪੂਰੇ ਪੰਜਾਬੀ ਦੇ ਵਿਭਾਗ 'ਚ ਕਿਤੇ ਜਿੱਥੇ 17 ਅਧਿਆਪਕ ਹੁੰਦੇ ਸੀ, ਗਿਣਤੀ ਦੇ 2 ਜਾਂ 3 ਅਧਿਆਪਕ ਜਿਹੜੇ ਆ ਉਹ ਪੜ੍ਹਾ ਰਹੇ ਆ। ਪੋਸਟਾਂ ਖਾਲੀ ਨੇ, ਰੁਜ਼ਗਾਰ ਅਸੀਂ ਕਿਸੇ ਨੂੰ ਦੇ ਨਹੀਂ ਰਹੇ ਉਹਦੀ ਭਾਸ਼ਾ ਦੇ ਵਿੱਚ। ਤੇ ਫਿਰ ਚਿੰਤਾ ਸਿੱਖ ਚੈਨਲ, ਲੇਖਕ ਜਥੇਬੰਦੀਆਂ ਜਾਂ ਹੋਰ ਜਿਹੜੇ ਅਗਾਂਹ ਵਧੂ ਭਾਸ਼ਾ ਦੇ ਮਦਈ ਨੇ, ਹਿਤੈਸ਼ੀ ਨੇ, ਉਹ ਜ਼ਰੂਰ ਕਿਤੇ ਨਾ ਕਿਤੇ ਕਰਨਗੇ ਕਿ ਭਾਸ਼ਾਵਾਂ ਵਾਕਿਆ ਜਿਹੜਾ ਖਤਰੇ ਦਾ ਜਿਹੜਾ ਖਤਰਾ ਵਾ ਉਹ ਇਹਦੇ ਉੱਤੇ ਬੱਦਲ ਜਿਹੜੇ ਆ ਉਹ ਮੰਡਰਾ ਰਹੇ। ਦੇਵਰ ਜੀ, ਇੱਥੇ ਮੈਂ ਜੁੜਦੀ ਇੱਕ ਗੱਲ ਜਿਹੜੀ ਹੈ ਇਹ ਕਹਿਣੀ ਚਾਹੂੰਗਾ, ਜਿਵੇਂ ਹੁਣ ਅਸੀਂ ਇੱਕ ਵਰਤਾਰਾ ਵੇਖਦੇ ਹਾਂ ਕਾਫੀ ਲੰਬੇ ਅਰਸੇ ਤੋਂ ਕੀ ਆ ਕਿ ਸਾਡੇ ਘਰਾਂ ਦੇ ਵਿੱਚ ਰੇਡੀਓ ਆ, ਟੈਲੀਵਿਜ਼ਨ ਆ, ਗੀਤ ਸੰਗੀਤ ਆ। ਅਸੀਂ ਪੰਜਾਬ ਦੇ ਲੋਕ ਖਾਸ ਤੌਰ ਦੇ ਉੱਤੇ, ਜੇ ਹੁਣ ਮੈਂ ਬੰਬੇ ਫਿਲਮ ਇੰਡਸਟਰੀ ਦੀ ਤੁਹਾਨੂੰ ਗੱਲ ਕਹਾਂ ਤੇ 80% ਜਿਹੜੇ ਪੰਜਾਬੀ ਆ ਉਹਨਾਂ ਦੇ ਸਿਰ ਦੇ ਉੱਤੇ ਇੰਡਸਟਰੀ ਚੱਲੀ ਆ। ਉੱਥੇ ਜਾ ਕੇ ਉਹੀ ਪੰਜਾਬੀ ਸੀ ਜਿਨ੍ਹਾਂ ਨੇ ਉਰਦੂ ਫਿਲਮਾਂ 'ਚ ਵੀ ਕੰਮ ਕੀਤਾ, ਉਹਨਾਂ ਨੇ ਹਿੰਦੀ ਫਿਲਮਾਂ ਦੇ ਵਿੱਚ ਵੀ ਕੰਮ ਕੀਤਾ। ਅੱਜ ਦਾ ਪੰਜਾਬ ਅਸੀਂ ਤੁਸੀਂ ਸਾਰੇ ਬਚਪਨ ਤੋਂ ਲੈ ਕੇ ਹੁਣ ਤੱਕ ਹਿੰਦੀ ਵਿੱਚ ਹੀ ਅਸੀਂ ਗਾਣੇ, ਗੀਤ ਸੰਗੀਤ ਸੁਣਦੇ ਹਾਂ। ਅਜੇ ਵੀ ਆਪਣੇ ਮੂੰਹ ਦੇ ਉੱਤੇ ਕੋਈ ਨਾ ਕੋਈ ਗੀਤ ਲਰਜ ਜਾਂਦਾ ਹੈਗਾ ਵੀ ਹਿੰਦੀ ਦਾ ਯਾਰ ਕਿਆ ਸੋਹਣਾ ਗੀਤ ਆ। ਇਸ ਦੇ ਬਾਵਜੂਦ ਅਸੀਂ ਭਾਸ਼ਾ ਵਾਲੇ ਮਾਮਲੇ ਵਿੱਚ ਤੁਹਾਡਾ ਕੀ ਕਹਿਣਾ ਹੈਗਾ ਕਿ ਅਸੀਂ ਹਿੰਦੀ ਨੂੰ ਜਾਂ ਉਰਦੂ ਨੂੰ ਬਾਹਰ ਕੱਢ ਦਈਏ ਬਿਲਕੁਲ ਹੀ, ਕਿ ਸਿਰਫ ਪੰਜਾਬੀ ਬਾਰੇ ਤਾਂ ਚਿੰਤਾ ਆਪਣੀ ਹੈਗੀ ਆ? ਕਿਉਂਕਿ ਜਿੰਨਾ ਚਿਰ ਇਹ ਗੀਤ ਸੰਗੀਤ ਜਾਂ ਇਹ ਡਰਾਮੇ, ਇਹ ਪ੍ਰੋਗਰਾਮ ਹੈ, ਟੀਵੀ ਦੇ ਪ੍ਰੋਗਰਾਮ ਆ ਜਿਹੜੇ ਕਿ ਹਰ ਘਰ ਦੇ ਵਿੱਚ ਹੀ ਅੱਜ ਆਮ ਜੀ ਗੱਲ ਹੋ ਚੁੱਕੀ ਆ, ਉਹਨਾਂ ਚਿਰ ਸਾਡੇ ਅੰਦਰੋਂ ਅਸੀਂ ਮਤਲਬ ਫਿਰ ਇਹ ਦੂਹਰਾ ਰਵੱਈਆ ਸਾਡਾ ਕਿਉਂ ਹੈਗਾ ਆ? ਦੇਖੋ ਸਿੱਧੂ ਸਾਹਿਬ ਜੀ, ਤੁਹਾਡੀ ਗੱਲ 'ਚ ਬੜਾ ਵਜਨ ਹੈ, ਪਰ ਇਹਦਾ ਸੰਦਰਭ ਇੱਕ ਵੱਖਰੇ ਐਂਗਲ ਤੋਂ ਵੀ ਸੋਚਣ ਦੀ ਸਾਨੂੰ ਲੋੜ ਹੈ। ਜੀ। ਮੈਨੂੰ ਯਾਦ ਹੈ ਕਿ ਜਦੋਂ ਕਦੀ ਰਵਿੰਦਰਨਾਥ ਟੈਗੋਰ ਹੋਰਾਂ ਨੇ ਆਪਣੀ ਬਹੁਤ ਚਰਚਿਤ ਨਜ਼ਮ ਜਿਹਨੂੰ ਬਾਅਦ 'ਚ ਰਾਸ਼ਟਰੀ ਗੀਤ ਦੀ ਉਪਾਧੀ ਦੇ ਕੇ ਤੇ ਅਸੀਂ ਸਾਰੇ ਜਿਹੜੇ ਹੈ ਸੰਵਿਧਾਨਕ ਤੌਰ ਦੇ ਉੱਤੇ ਉਹਦਾ ਸਤਿਕਾਰ ਕਰਦੇ ਹਾਂ, ਉਹਦੇ ਵਿੱਚ ਜਦੋਂ ਪੰਜਾਬ ਦੀ ਗੱਲ ਕਰਦਾ ਹੈ, ਜਦੋਂ ਗੁਜਰਾਤ ਦੀ ਗੱਲ ਕਰਦਾ ਹੈ, ਜਦੋਂ ਬੰਗਾਲ ਦੀ ਗੱਲ ਕਰਦਾ ਹੈ, ਤੇ ਸੁੱਤੇ ਸਿੱਧ ਸਭ ਤੋਂ ਪਹਿਲੀ ਗੱਲ ਸਾਡੇ ਵਿੱਚ ਆ ਜਾਂਦੀ ਹੈ ਕਿ ਇਹ ਸਾਡਾ ਹਿੰਦੁਸਤਾਨ ਮੁਲਕ ਹੈ, ਜਿਹੜਾ ਭਾਰਤ ਮੁਲਕ ਹੈ, ਇਹ ਬਹੁਭਾਸ਼ੀ ਮੁਲਕ ਹੈ, ਬਹੁਤ ਸੱਭਿਆਚਾਰਕ ਮੁਲਕ ਹੈ, ਤੇ ਬਹੁਤ ਸਾਰੀਆਂ ਜਿਹੜੀਆਂ ਵੱਖ-ਵੱਖ ਖਿੱਤੇ, ਵੱਖ-ਵੱਖ ਭਾਸ਼ਾਵਾਂ ਦੇ ਲੋਕ ਜਿਹੜੇ ਆ, ਇਹਨਾਂ ਨੂੰ ਜੋੜ ਕੇ ਜਿਹੜਾ ਉਹ ਇਹ ਹਿੰਦੁਸਤਾਨ ਮੁਲਕ ਜਿਹੜਾ ਇਹ ਹੋਂਦ 'ਚ ਆਇਆ। ਬਿਲਕੁਲ। ਦੇਖੋ ਸਾਡੇ ਕੋਲ 3 ਵੱਡੀਆਂ ਜਿਹੜੀਆਂ ਮੁੱਖ ਧਿਰਾਂ ਨੇ ਸੁਰੱਖਿਆ ਦੇ ਮਸਲੇ 'ਚ, ਜਲ ਸੈਨਾ, ਥਲ ਸੈਨਾ ਤੇ ਵਾਯੂ ਸੈਨਾ। ਜਦੋਂ ਦਾ ਦੇਸ਼ ਆਜ਼ਾਦ ਹੋਇਆ 1947 ਤੋਂ ਲੈ ਕੇ ਅੱਜ ਤੱਕ, ਤੁਸੀਂ ਇਸ ਸਾਰੀ ਸੈਨਾ ਦੇ ਵਿੱਚ ਲੱਖਾਂ ਦੀ ਤਾਦਾਦ ਦੇ ਵਿੱਚ ਸਾਰੇ ਹਿੰਦੁਸਤਾਨ ਤੋਂ ਲੋਕ ਜਿਹੜੇ ਆ ਉਹ ਸੇਵਾਵਾਂ ਦੇ ਰਹੇ ਆ ਸਾਡੇ ਮੁਲਕ ਨੂੰ। ਸਾਰਿਆਂ ਦੀਆਂ ਆਪਣੀਆਂ ਭਾਸ਼ਾਵਾਂ ਨੇ। ਤੁਸੀਂ ਉਦੋਂ ਤੋਂ ਲੈ ਕੇ ਅੱਜ ਤੱਕ ਜਿਹੜੇ ਇਹਨਾਂ 3 ਸੈਨਾਵਾਂ ਦੇ ਮੁਖੀ ਰਹੇ ਆ, ਤੁਸੀਂ ਉਹਨਾਂ ਦੇ ਰਿਕਾਰਡ ਦੇਖੋ। ਕੋਈ ਪੰਜਾਬੀ ਹੈ, ਮਤਲਬ ਬਹੁਤੇ ਪੰਜਾਬੀ ਹੈ, ਬੰਗਾਲੀ ਲੋਕ ਨੇ ਤੇ ਹਿੰਦੁਸਤਾਨ ਦੀਆਂ ਹੋਰਨਾਂ ਥਾਵਾਂ 'ਤੇ ਲੋਕ ਨੇ। ਜੇ ਸਾਨੂੰ ਇਹਨਾਂ ਪੌਣੀ ਸਦੀ 'ਚ ਕਦੀ ਇੱਕ ਦਿਨ ਵੀ ਇਹ ਲੱਗਿਆ ਕਿ ਇਹ ਬਹੁਭਾਸ਼ੀ ਹੋਣ ਕਰਕੇ ਤੇ ਬਹੁਤ ਦਿੱਕਤ ਆਉਂਦੀ ਹੈ ਕਿ ਲੱਖਾਂ ਲੋਕ ਜਿਹੜੇ ਵਿੱਚ ਬਾਕੀ ਸੈਨਿਕ ਭਰਤੀ ਨੇ ਉਹਨਾਂ ਨੂੰ ਤਾਂ ਸਮਝ ਨਹੀਂ ਆਉਂਦੀ ਗੱਲ ਦੀ, ਤੇ ਬੜੇ ਬਖੇੜੇ ਪੈਦਾ ਹੋਏ ਆ, ਤੇ ਫਿਰ ਆਪਾਂ ਜ਼ਰੂਰ ਚਿੰਤਾ ਕਰ ਲਈਏ। ਤੇ ਜੇ ਪੌਣੀ ਸਦੀ ਯਾਰ ਲੰਘ ਗਈ, ਆਪਾਂ ਕਈ ਜੰਗ ਯੁੱਧ ਲੜਦੇ, ਇੰਨੇ ਮੁਲਕ ਨੇ ਜਿਹੜੀ ਅਨਪੜ੍ਹਤਾ ਖਤਮ ਕਰ ਲਈ, ਆਪਾਂ ਇੰਨੀ ਤਰੱਕੀ ਮੁਲਕ ਨੇ ਕਰ ਲਈ ਹੈ, ਤੇ ਅੱਜ ਕੀ ਸਾਡੀ ਪ੍ਰੋਬਲਮ ਬਣ ਗਈ ਹੈ ਵੀ ਸਾਨੂੰ ਇੱਕਦਮ ਤੇ ਲੱਗ ਗਿਆ ਵੀ ਭਾਸ਼ਾ ਇੱਕੋ ਹੋਣੀ ਚਾਹੀਦੀ ਹੈ, ਜਦੋਂ ਕਿ ਹੁਣ ਇੰਨਾ ਆਪਾਂ ਪੜ੍ਹ ਲੈ ਗਏ। ਸਾਡੇ ਬੱਚੇ ਉਦੋਂ ਤੇ ਅਨਪੜ੍ਹਤਾ ਸੀ, ਹੁਣ ਤੇ ਸਾਡੇ ਬੱਚੇ ਕਈ ਭਾਸ਼ਾਵਾਂ ਸਿੱਖ ਗਏ ਨੇ। ਤੁਸੀਂ ਕਿਸੇ ਮੁਲਕ ਸਾਡੇ ਨਿਆਣੇ ਇੰਨੇ ਹੁਣ ਵਿਦੇਸ਼ਾਂ 'ਚ ਜਾਂਦੇ ਨੇ, ਕਿਸੇ ਨੂੰ ਅੱਜ ਤੱਕ ਨਹੀਂ ਮੈਂ ਦੇਖਿਆ ਕਿ ਉਹਨੂੰ ਭਾਸ਼ਾ ਦੇ ਮਸਲੇ ਕਰਕੇ ਉੱਥੋਂ ਦਿੱਕਤ ਆਈ ਹੈ ਤਾਂ ਵਾਪਸ ਆ ਗਿਆ ਹੋਵੇ। ਸੋ ਇਸ ਕਰਕੇ ਇਹ ਇੱਕ ਬੇਲੋੜਾ ਵਿਵਾਦ ਹੈ। ਅਸੀਂ ਹਿੰਦੀ ਹੋਵੇ ਚਾਹੇ ਅੰਗਰੇਜ਼ੀ, ਅਸੀਂ ਪੂਰੀ ਕਦਰ ਕਰਦੇ ਹਾਂ। ਉਹਦਾ ਕਾਰਨ ਹੈ ਕਿ ਸੰਪਰਕ ਭਾਸ਼ਾ ਨੇ, ਜਿਨ੍ਹਾਂ ਮੁਲਕਾਂ ਦੇ ਵਿੱਚ ਸਾਡੀ ਭਾਸ਼ਾ ਨਹੀਂ, ਆਪਾਂ ਹਿੰਦੀ ਬੋਲ ਕੇ ਉਹਨਾਂ ਦੀ ਗੱਲ ਸਮਝਾ ਸਕਦੇ ਹਾਂ। ਇਹ ਸਾਡੀਆਂ ਸੰਪਰਕ ਭਾਸ਼ਾ ਜ਼ਰੂਰ ਨੇ ਤੇ ਰਹਿਣੀਆਂ ਚਾਹੀਦੀਆਂ। ਅਸੀਂ ਇਸ ਹੱਕ 'ਚ ਹੈ, ਭਾਸ਼ਾਵਾਂ ਵੱਧ ਤੋਂ ਵੱਧ ਬੰਦੇ ਨੂੰ ਸਿੱਖਣੀਆਂ ਚਾਹੀਦੀਆਂ। ਪਰ ਇਹ ਕਦਾਚਿਤ ਨਹੀਂ ਹੋ ਸਕਦਾ ਕਿ ਤੁਸੀਂ ਆਪਣੀ ਮਾਂ ਬੋਲੀ ਨੂੰ, ਆਪਣੀ ਮਾਤ ਭਾਸ਼ਾ ਨੂੰ, ਆਪਣੀ ਖੇਤਰੀ ਭਾਸ਼ਾ ਨੂੰ
ਜਿਹੜਾ ਉਹ ਛੱਡ ਕੇ ਤੇ ਫਿਰ ਅਸੀਂ ਆਖੀਏ ਵੀ ਨਹੀਂ ਵੀ ਇਸ ਤਰ੍ਹਾਂ ਮੁਲਕ ਜਿਹੜਾ ਵਾ ਉਹ ਜ਼ਿਆਦਾ ਤਰੱਕੀ ਕਰ ਸਕਦਾ, ਇਸ ਤਰ੍ਹਾਂ ਕਦੀ ਨਹੀਂ ਹੁੰਦਾ। 22 ਜਿਹੜੇ ਸੀਗੇ ਸੂਬੇ ਸੀ ਸਾਡੇ ਕੋਲੇ ਹਿੰਦੁਸਤਾਨ ਦੇ ਵਿੱਚ, ਜਦੋਂ ਭਾਸ਼ਾਈ ਆਧਾਰ ਦੇ ਉੱਤੇ ਇਹਨਾਂ ਦਾ ਗਠਨ ਕੀਤਾ ਗਿਆ, ਉਦੋਂ ਇੱਕੋ ਹੀ ਗੱਲ ਕੀਤੀ ਸੀ ਕਿ 22 ਜਿਹੜੇ ਸੂਬੇ ਆ ਵੱਖ-ਵੱਖ ਉਹ ਬੋਲੀਆਂ ਦੇ ਆਧਾਰ ਦੇ ਉੱਤੇ ਗਠਨ ਕਰਨ ਤੋਂ ਬਾਅਦ ਰਾਸ਼ਟਰ ਇੱਕੋ ਹੀ ਰਹੂਗਾ। ਪਰ ਅੱਜ ਕੀ ਇਹੋ ਜਿਹਾ ਮਸਲਾ ਬਣ ਗਿਆ ਕਿ ਇਹਨਾਂ ਨੂੰ ਇਸ ਤਰੀਕੇ ਦਾ ਦਾਅਵਾ ਕਰਨ ਦੀ ਕੋਸ਼ਿਸ਼ ਆ? ਕਿਤੇ ਤੁਹਾਡੇ ਖਿਆਲ ਦੇ ਵਿੱਚ ਆਰਐਸਐਸ ਜਾਂ ਭਾਜਪਾ ਦੀ ਕੋਈ ਅੰਦਰ ਖਾਤੇ ਸੋਚ ਤਾਂ ਨਹੀਂ ਕਿ ਜਿਵੇਂ ਸਨਾਤਨ ਧਰਮ ਔਰ ਆਰੀਆ ਲੌਬੀ ਜੋ ਕੁਝ ਪਹਿਲਾਂ ਕਰਦੀ ਰਹੀ ਹੈ ਕਿ ਉਸੇ ਤਰ੍ਹਾਂ ਦਾ ਕੁਝ ਇਹਨਾਂ ਦਾ ਚੱਲਣ ਹੈਗਾ? ਦੇਖੋ, ਕਿਉਂਕਿ ਤੁਸੀਂ ਆਪ ਬਹੁਤ ਨੇੜੇ ਤੋਂ ਇਹਨਾਂ ਗੱਲਾਂ ਨਾਲ ਜੁੜੇ ਹੋ, ਤਾਂ ਮੈਂ ਤੁਹਾਡੇ ਨਾਲ ਮਤਲਬ ਦੀਆਂ ਗੱਲਾਂ ਕਰ ਕਰਕੇ ਗੱਲ ਨੂੰ ਅੱਗੇ ਵਧਾ ਰਿਹਾ। ਸਾਡੇ ਪੰਜਾਬ 'ਚ ਜਦੋਂ ਕਦੀ ਢੱਡ ਸਾਨਗੀ ਤੇ ਢਾਡੀ ਆਪਣੀ ਵਾਰ ਖਤਮ ਕਰਕੇ ਹਟਦੇ ਆ ਨਾ ਜੀ, ਤੇ ਉਹ ਸਾਂਝੇ ਸੂਤਰ 'ਚ 2 ਲਾਈਨਾਂ ਬੋਲਦੇ ਆ ਜੀ ਕਿ ਯਾਦ ਰਹਿੰਦੀਆਂ ਵੀ ਯੋਧਿਆ ਤੇਰੀਆਂ, ਹਾਂ ਜੀ ਹਾਂ ਵਾਰਾਂ ਤੇਰੀਆਂ। ਬਿਲਕੁਲ ਸਿੱਧੂ ਸਾਹਿਬ, ਅੱਜ ਜੇ ਆਪਾਂ ਰਾਜਸਥਾਨ ਨੂੰ ਯਾਦ ਕਰਨਾ ਹੋਵੇ ਜੀ ਤੇ ਮਹਾਰਾਣਾ ਪ੍ਰਤਾਪ ਦਾ ਕਿਰਦਾਰ ਸਾਡੇ ਸਾਹਮਣੇ ਆਪਣੇ ਆਪ ਖੜਾ ਹੋ ਜਾਂਦਾ। ਬਿਲਕੁਲ, ਕੋਈ ਸ਼ੱਕ ਨਹੀਂ। ਅਸੀਂ ਮਹਾਰਾਸ਼ਟਰ ਨੂੰ ਯਾਦ ਕਰਨਾ ਹੋਵੇ ਤੇ ਸ਼ਿਵਾਜੀ ਮਰਹੱਟਾ ਆਪਣੇ ਦੇਸ਼ ਲਈ, ਆਪਣੇ ਲੋਕਾਂ ਲਈ, ਆਪਣੀ ਬੋਲੀ ਲਈ ਲੜਦਾ ਸਾਡੇ ਸਾਹਮਣੇ ਸਕਾਰ ਖੜਾ ਹੋ ਜਾਂਦਾ ਹੈ। ਅਸੀਂ ਪੰਜਾਬ ਦੀ ਗੱਲ ਕਰਨੀ ਹੋਵੇ, ਹਰੀ ਸਿੰਘ ਨਲੂਏ ਵਰਗੇ ਸਰਦਾਰ, ਉਹ ਦਰਰਾ ਖੈਬਰ ਤੇ ਆਪਣੀ ਤਲਵਾਰ ਨਾਲ ਬਗਾਨੇ ਲੋਕਾਂ ਨੂੰ ਰੋਕਣ ਲਈ ਬੰਨ ਮਾਰਨ ਵਾਲਾ ਜਿਹੜਾ ਸਰਦਾਰ ਹੈ ਉਹ ਸਾਡੇ ਸਾਹਮਣੇ ਖੜਾ ਹੋ ਜਾਂਦਾ। ਯਾਰ, ਰਾਸ਼ਟਰ ਨੂੰ ਕੋਈ ਖਤਰਾ ਨਹੀਂ ਹੈ, ਨਾ ਪਹਿਲਾਂ ਸੀ ਨਾ ਅੱਜ ਹੈ। ਅੱਜ ਵੀ ਰਾਸ਼ਟਰ ਦੇ ਉੱਤੋਂ, ਭਾਰਤੀ ਰਾਸ਼ਟਰ ਦੇ ਉੱਤੋਂ ਹਰ ਖਿੱਤੇ ਦਾ ਵਾਸੀ, ਚਾਹੇ ਉਹ ਜੰਮੂ ਕਸ਼ਮੀਰ 'ਚ ਰਹਿੰਦਾ, ਚਾਹੇ ਉਹ ਪੰਜਾਬ 'ਚ ਰਹਿੰਦਾ, ਚਾਹੇ ਦੇਸ਼ ਦੇ ਕਿਤੇ ਵੀ ਥਾਂ 'ਤੇ ਰਹਿੰਦਾ, ਉਹ ਅੱਜ ਵੀ ਆਪਾ ਵਰਨ ਨੂੰ ਤਿਆਰ ਹੈ। ਯਾਰ, ਅੱਜ ਤੁਸੀਂ ਜਾਓ ਕਾਲੇ ਪਾਣੀ ਦੇਖੋ ਜਾ ਕੇ, ਉਹਨਾਂ ਲੋਕਾਂ ਨੇ ਕਿਤਨਾ ਸਜ਼ਾਵਾਂ ਕੱਟੀਆਂ ਸੀ ਆਪਣੇ ਮੁਲਕ ਲਈ, ਸਾਡੇ ਵੱਡ ਵਡੇਰੇ ਸੀ। ਉਹਨਾਂ ਦੇ ਖੂਨ ਇਸ ਹਿੰਦੁਸਤਾਨ ਦੇ ਹਰ ਵਾਸੀ ਦੀਆਂ ਰਗਾਂ 'ਚ ਦੌੜਦਾ। ਸਾਨੂੰ ਇੱਕ ਧਿਰ ਨੂੰ ਇਹ ਚਿੰਤਾ ਕਰਨੀ ਛੱਡ ਦੇਣੀ ਚਾਹੀਦੀ ਹੈ ਕਿ ਮੁਲਕ ਸਿਰਫ ਕੁਝ ਖਾਸ ਲੋਕਾਂ ਦਾ ਹੈ ਤੇ ਉਹਨਾਂ ਦੀ ਜ਼ੁਬਾਨ ਨਾਲ, ਉਹਨਾਂ ਦੇ ਪਹਿਰਾਵੇ ਨਾਲ ਜਾਂ ਉਹਨਾਂ ਦੇ ਖਾਣ ਪੀਣ ਕਰਕੇ ਚੱਲਣਾ। ਇਹ ਜਿਹੜੇ ਲੋਕ ਇੱਥੋਂ ਦੇ ਵੱਸਦੇ ਆਪਣੇ ਮੁਲਕ ਨੂੰ ਅਥਾਹ ਪਿਆਰ ਕਰਦੇ ਆ ਤੇ ਉਹਦੇ ਤੋਂ ਹਰ ਵੇਲੇ ਜਿਹੜਾ ਵਾ ਉਹ ਜਾਨ ਕੁਰਬਾਨ ਕਰਨ ਨੂੰ ਜਿਹੜੇ ਤਿਆਰ ਰਹਿੰਦੇ। ਜੀ ਬਿਲਕੁਲ। ਅੱਛਾ, ਇੱਕ ਅਸੀਂ ਗੱਲ ਕਹਿੰਦੇ ਸਾਡੀ ਮਹਾਰਾਜ ਦੀ ਬਾਣੀ ਵਿੱਚ ਵੀ ਆਉਂਦੀ ਹੈ ਕਿ ਰੋਸ ਨਾ ਕੀਜੇ ਉੱਤਰ ਦੀਜੇ। ਜਦੋਂ ਇਹ ਗੱਲ ਆਉਂਦੀ ਆ ਤੇ ਇਹ ਵੱਡੀ ਪੱਧਰ ਦੇ ਉੱਤੇ ਹੁਣ ਜਿਵੇਂ ਗੁਰਦਾਸ ਮਾਨ ਦਾ ਰੌਲਾ ਅੱਜ ਕੱਲ੍ਹ ਪਿਆ ਹੋਇਆ, ਅਸੀਂ ਦੇਖਦੇ ਹਾਂ ਕਿ ਗੁਰਦਾਸ ਮਾਨ ਦੇ ਰੌਲੇ ਦੇ ਵਿੱਚ ਕੀ ਇਹ ਬੇਲੋੜਾ ਵਿਵਾਦ ਆ ਕਿ ਸਾਨੂੰ ਆਪਣੀ ਗੱਲ ਰੱਖਣ ਦਾ ਕੋਈ ਹੱਕ ਨਹੀਂ। ਵਿਚਾਰਧਾਰਾ ਜੀ ਕਿਸੇ ਵੀ ਬੰਦੇ ਦੀ ਆਪੋ ਆਪਣੀ ਹੋ ਸਕਦੀ ਆ ਕਿ ਅਸੀਂ ਆਪਣੇ ਆਪ ਨੂੰ ਗੁਰਦਾਸ ਮਾਨ ਨਾਲ ਹੀ ਜੋੜ ਕੇ ਸਾਰਿਆਂ ਨੇ ਦੇਖ ਲਿਆ ਕਿ ਜੇ ਗੁਰਦਾਸ ਮਾਨ ਕਹਿ ਦੂਗਾ ਵੀ ਹਿੰਦੀ ਲਾਗੂ ਹੋ ਗਈ ਹੈ ਤੇ ਸਾਰਾ ਸਾਡਾ ਜਿਹੜਾ ਪੰਜਾਬ ਜਾਂ ਪੰਜਾਬੀ ਖਤਮ ਹੋ ਜੂਗੀ। ਤੁਹਾਡਾ ਕੀ ਕਹਿਣਾ? ਦੇਖੋ, ਗੁਰੂ ਬਾਬਿਆਂ ਦਾ ਇੱਕ ਬਹੁਤ ਚੰਗਾ ਸੰਦੇਸ਼ ਸਾਡੇ ਸਾਹਮਣੇ ਆ, ਜਿਹੜਾ ਅਕਸਰ ਸਾਡੇ ਜਿਹੜੇ ਵੱਡ ਵਡੇਰੇ ਸੀ ਉਹ ਘਰਾਂ 'ਚ ਬੈਠਿਆਂ ਜ਼ਰੂਰ ਸਾਂਝਾ ਕਰਦੇ ਸੀ ਜੀ ਕਿ ਉੱਚਾ ਬੋਲ ਨਾ ਬੋਲੀਏ, ਕਰਤਾਰੋਂ ਡਰੀਏ। ਜੀ ਸਿੱਧੂ ਸਾਹਿਬ, ਆਮ ਬੰਦਾ ਸੜਕ 'ਤੇ ਤੁਰਿਆ ਜਾਂਦਾ ਹੋਵੇ, ਰਿਕਸ਼ਾ ਚਲਾ ਕੇ ਆਪਣਾ ਜੀਵਨ ਬਸ਼ਰ ਕਰ ਰਿਹਾ ਹੋਵੇ, ਜਿਹਨੂੰ ਬਹੁਤ ਘੱਟ ਲੋਕੀ ਜਾਣਦੇ ਹੋਣ, ਉਹ ਕੋਈ ਗੱਲ ਕਰੇ, ਗੱਲ ਹੋਰ ਹੈ। ਜੀ ਜੀ ਬਿਲਕੁਲ। ਪਰਿਵਾਰ ਦਾ ਕੋਈ ਜੀ ਜਿਹੜਾ ਬਹੁਤ ਛੋਟਾ ਵਾ, ਜੇ ਬੱਚਿਆਂ ਵਰਗਾ ਵਾ, ਜੇ ਜਿਹਨੂੰ ਅਜੇ ਸਮਝ ਨਹੀਂ ਹੈ, ਜੀ ਉਹ ਵੀ ਗੱਲ ਕਰੇ, ਗੱਲ ਹੋਰ ਹੈ। ਜੀ ਬਿਲਕੁਲ। ਕਿਸੇ ਪਿੰਡ ਦਾ ਕੋਈ ਬੰਦਾ ਜਿਹੜਾ ਬਿਲਕੁਲ ਪਛੜਿਆ ਪਿੰਡ ਹੈ ਤੇ ਸਭ ਤੋਂ ਹੀ ਉਹ ਬੰਦਾ ਪਛੜਿਆ, ਉਹੋ ਜਿਹਾ ਕੋਈ ਗੱਲ ਕਰੇ ਤੇ ਗੱਲ ਕੁਝ ਹੋਰ। ਜੀ ਅਸੀਂ ਬਹੁਤ ਸਾਰੇ ਉਹ ਲੋਕ ਨੇ ਸਮਾਜ ਦੇ ਹੁੰਦੇ ਨੇ ਜਿਹੜੇ ਕਈਆਂ ਦੇ ਪ੍ਰੇਰਨਾ ਸਰੋਤ ਹੁੰਦੇ ਆ। ਬਿਲਕੁਲ। ਗੁਰਦਾਸ ਮਾਨ ਸਾਹਿਬ, ਜਿਨ੍ਹਾਂ ਨੂੰ ਆਪਾਂ ਬਚਪਨ 'ਚ ਸੁਣਿਆ, ਉਹਨਾਂ ਦੇ ਬਿਹਤਰੀਨ ਜਿਹੜੇ ਗਾਣੇ ਆ, ਪੰਜਾਬੀ ਜ਼ਬਾਨੇ ਰਕਾਨੇ ਮੇਰੇ ਦੇਸ਼ ਦੀਏ, ਕਿੰਨੇ ਤੇਰੀ ਖੋਲੀ ਨੀ ਨੁਹਾਰ ਵਰਗਾ ਗੀਤ ਜਦੋਂ ਉਹ ਬੰਦੇ ਬਾਬੇ ਬੋਲਦੇ ਆ, ਹੈ ਨਾ, ਤੋ ਇੱਕ ਪਾਸੇ ਤੇ ਸਾਡੇ ਸਾਹਮਣੇ ਉਹ ਹੈ। ਸਾਨੂੰ ਆਪਣੇ ਕਿਰਦਾਰ ਦੀ ਹਮੇਸ਼ਾ ਜਿਹੜੀ ਹੈ ਉਹਦੇ ਉੱਚੇ ਦਮਲੜੇ ਨੂੰ ਜਿਹੜਾ ਵਾ ਉਹਨੂੰ ਤਿਆਰ ਕਰਕੇ ਰੱਖਣਾ ਚਾਹੀਦਾ। ਬਿਲਕੁਲ। ਹੋ ਸਕਦਾ ਉਹਨਾਂ ਦੀ ਕਈ ਗੱਲ ਆਪਣੇ ਵੱਲੋਂ ਬਹੁਤ ਮਹਿਜ ਸਹਿਜ ਜਿਹੇ ਤਰੀਕੇ ਨਾਲ ਕਹੀ ਗਈ ਹੋਵੇ, ਪਰ ਸਾਨੂੰ ਸਮਝ ਲੈਣਾ ਚਾਹੀਦਾ ਕਿ ਸਾਨੂੰ ਬਹੁਤ ਲੋਕ ਜਾਣਦੇ ਆ, ਸਾਨੂੰ ਬਹੁਤ ਲੋਕ ਪਿਆਰ ਕਰਦੇ ਆ। ਅਸੀਂ ਉਹ ਗੱਲ ਕਹਿਣ ਤੋਂ ਹਮੇਸ਼ਾ ਗੁਰੇਜ਼ ਕਰੀਏ ਕਿ ਕਿਸੇ ਦਾ, ਮੇਰੇ ਚਾਹੁਣ ਵਾਲਿਆਂ ਦਾ ਕਿਤੇ ਦਿਲ ਦੁਖਦਾ। ਜਿਸ ਭਾਸ਼ਾ ਲਈ ਅਸੀਂ ਸਾਰੇ ਚਿੰਤਤ ਹਾਂ, ਮੈਨੂੰ ਨਹੀਂ ਲੱਗਦਾ ਕਿ
ਏਡੇ ਏਡੇ ਕੱਦਵਾਰ ਜਿਹੜੇ ਬੰਦੇ ਆ ਉਹ ਏਡੀ ਰਾਤੋਂ ਰਾਤ ਆਪਣਾ ਕਿਰਦਾਰ ਬਦਲ ਕੇ ਤੇ ਇੱਕਦਮ ਤੇ ਇਸ ਪਾਸੇ ਨੂੰ ਆਏ ਹੋਣਗੇ। ਪਰ ਜੋ ਵੀ ਇਹ ਹੋਇਆ ਇਹ ਕਿਸ ਤਰੀਕੇ ਦੇ ਨਾਲ ਵਾਪਰਿਆ, ਪਰ ਮੈਨੂੰ ਐਂ ਲੱਗਦਾ ਕਿ ਚਲੋ ਗੱਲ ਨਿਕਲ ਜਾਣੀ ਜ਼ੁਬਾਨ ਤੋਂ ਵੱਖਰੀ ਹੈ, ਪਰ ਬੰਦਾ ਭੁੱਲਣਹਾਰ ਹੁੰਦਾ ਹੈ। ਵੈਸੇ ਕਹਿੰਦੇ ਵੀ ਪਹਿਲਾਂ ਤੋਲੋ ਫਿਰ ਤੇ ਬੰਦੇ ਸਾਨੂੰ ਚਾਹੀਦਾ ਵੀ ਉਹ ਗੱਲ ਨੂੰ ਉਹ ਵੀ ਕਵਰ ਕਰਨ, ਕਿਉਂਕਿ ਅਸੀਂ ਇਹ ਵੀ ਕਿਸੇ ਵੇਲੇ ਸਾਜ਼ਿਸ਼ ਦਾ ਹਿੱਸਾ ਬਣਦੇ ਹਾਂ, ਸਾਜ਼ਿਸ਼ ਦਾ ਹਿੱਸਾ ਬਣ ਜਾਂਦੇ ਹਾਂ ਕਿ ਸਾਡੇ ਮੂੰਹ 'ਚ ਕੋਈ ਗੱਲ ਪਾ ਦਿੱਤੀ ਜਾਂਦੀ ਹੈ ਤੇ ਆਪ ਇੱਕ ਪਾਸੇ ਹੋ ਕੇ ਤੇ ਇੱਕ ਧਿਰ ਤਮਾਸ਼ਾ ਵੀ ਦੇਖਦੀ ਹੈ ਕਿ ਇਹ ਤਮਾਸ਼ਬੀਨ ਲੜਨ ਵਾਲੇ ਲੋਕ ਹੈ, ਬਹੁਤ ਛੇਤੀ ਗੱਲ ਪੈਣ ਜਾਣ ਵਾਲੇ ਲੋਕ ਹੈ, ਤੇ ਇਹ ਕਿਸੇ ਸੰਘਰਸ਼ ਦੇ ਰਾਹ 'ਚ ਪੈਣ, ਕਿਸੇ ਮੰਗ ਦੇ ਰਾਹ 'ਚ ਪੈਣ, ਤੇ ਇਹਦੇ ਨਾਲੋਂ ਚੰਗਾ ਹੈ ਕਿ ਇਹਨਾਂ ਨੂੰ ਆਪਸ 'ਚ ਆਉਂਦੀ ਕਿਸੇ ਨਾ ਕਿਸੇ ਤਰੀਕੇ ਨਾਲ ਉਲਝਾਇਆ ਜਾਵੇ। ਜਿੱਥੇ ਸਾਨੂੰ ਗੁਰਬਾਣੀ ਵਰਗੇ ਧਾਰਮਿਕ ਗੂੜ੍ਹ ਗਿਆਨ ਦੀ ਲੋੜ ਹੈ, ਜਿੱਥੇ ਸਾਨੂੰ ਬੌਧਿਕ ਗੂੜ੍ਹ ਗਿਆਨ ਦੀ ਲੋੜ ਹੈ, ਜਿੱਥੇ ਸਾਨੂੰ ਅਕਾਦਮਿਕ ਗੂੜ੍ਹ ਗਿਆਨ ਦੀ ਲੋੜ ਹੈ, ਉੱਥੇ ਸਾਨੂੰ ਗੀਤ ਸੰਗੀਤ ਦੀ ਵੀ ਸਾਡੀ ਜੀਵਨ ਜਾਂਚ ਨੂੰ ਉਨੀ ਲੋੜ ਹੈ। ਅਸੀਂ ਗੁਰਦਾਸ ਮਾਨ ਸਾਹਿਬ ਦੇ ਉਸ ਗੀਤ ਸੰਗੀਤ ਦੀ ਜਿਹੜਾ ਪੰਜਾਬੀਆਂ ਦੀ ਝੋਲੀ ਉਹਨਾਂ ਨੇ ਪਾਇਆ ਉਹਦੀ ਕਦਰ ਕਰਦੇ ਹਾਂ, ਲੇਕਿਨ ਇਸ ਗੱਲ ਦੇ ਉੱਤੇ ਆਪਾਂ ਜ਼ਰੂਰ ਉਹ ਤਵੱਕੋਂ ਕਰਾਂਗੇ ਵੀ ਇਹੋ ਜਿਹੀਆਂ ਗੱਲਾਂ ਤੋਂ ਜਿਹੜੀ ਹੈ ਉਹ ਤੋਂ ਬਚ ਕੇ ਬੇਲੋੜੇ ਵਿਵਾਦ ਨੂੰ ਖਤਮ ਕਰਕੇ ਤੇ ਉਸ ਗੱਲ ਦੀ ਜਿਹੜੀ ਹੈ ਉਹ ਜ਼ਰੂਰ ਕਿਤੇ ਨਾ ਕਿਤੇ ਇਸ ਗੱਲ ਦਾ ਜਿਹੜਾ ਵਾ ਉਹ ਸੋਰੀ ਮਹਿਸੂਸ ਕੀਤੀ ਜਾ ਸਕਦੀ ਹੈ ਗੱਲ ਨੂੰ ਠੰਡਾ ਕਰਨ ਵਾਸਤੇ। ਸਮੇਂ ਦੀ ਨਜ਼ਾਕਤ ਨੂੰ ਦੇਖਦੇ ਹੋਇਆਂ ਮੈਂ ਤੁਹਾਨੂੰ ਇਹੀ ਪੁੱਛਣਾ ਚਾਹੁੰਦਾ ਹੈਗਾ ਕਿ ਜਦੋਂ ਇਸ ਤਰ੍ਹਾਂ ਦੇ ਵਿਵਾਦ ਖਾਸ ਤੌਰ 'ਤੇ ਮਾਂ ਬੋਲੀ ਦੇ ਨਾਲ ਜੁੜੇ ਹੋਏ ਪੈਦਾ ਹੁੰਦੇ ਆ ਦੇਸ਼ ਵਿੱਚ, ਸਾਡੇ ਰਾਜ ਵਿੱਚ, ਪੰਜਾਬ ਵਿੱਚ ਖਾਸ ਤੌਰ 'ਤੇ ਮੈਂ ਜ਼ਿਕਰ ਕਰਨਾ ਚਾਹੁੰਦਾ, ਉੱਥੇ ਜਿਹੜੇ ਰਾਜਨੀਤੀ ਨਾਲ ਜੁੜੇ ਹੋਏ ਚਿਹਰੇ ਆ ਉਹ ਕੋਈ ਵੀ ਮਤਲਬ ਇਸ ਪੱਖ ਦੇ ਵਿੱਚ ਆ ਕੇ ਖੜਦਾ ਨਹੀਂ, ਕੋਈ ਬਿਆਨ ਨਹੀਂ ਦਿੰਦਾ ਗਾ। ਇੱਕ ਤਾਂ ਇਹ, ਤੇ ਦੂਸਰਾ ਜਿਵੇਂ ਕਿ ਤੁਸੀਂ ਬਤੌਰ ਕੇਂਦਰੀ ਲੇਖਕ ਸਭਾ ਦੇ ਮੀਤ ਪ੍ਰਧਾਨ ਹੋ, ਉਹਦੇ ਵਿੱਚ ਆਪਣੇ ਵੱਲੋਂ ਕੀ ਉਪਰਾਲੇ ਜਿਹੜੇ ਆ ਉਹ ਕੀਤੇ ਜਾ ਰਹੇ ਆ? ਦੇਖੋ, ਲੇਖਕਾਂ ਦੀ ਸਰਮੋਰ ਜਥੇਬੰਦੀ ਹੈ ਕੇਂਦਰੀ ਪੰਜਾਬੀ ਲੇਖ ਸਭਾ, ਜਿਹਦੇ ਤੁਸੀਂ ਲੋਕਾਂ ਦੇ ਜਿਹੜੇ ਲੇਖਕ ਲੋਕ ਨੇ, ਪੰਜਾਬੀ ਨੂੰ ਮਾਣ ਕਰਨ ਵਾਲੇ ਨੇ, ਸਾਹਿਤਕ ਲੋਕ ਨੇ, ਉਹਨਾਂ ਦੇ ਸਾਰਿਆਂ ਦੇ ਮੇਲ ਦੇ ਨਾਲ ਇੱਕ ਸੰਸਥਾ ਵਾ ਜਿਹੜੀ ਪਿਛਲੇ ਕਈ ਦਹਾਕਿਆਂ ਤੋਂ ਪੰਜਾਬੀ ਭਾਸ਼ਾ ਦੇ ਪ੍ਰਚਾਰ ਪ੍ਰਸਾਰ ਤੇ ਉਹਦੀ ਬੇਕਦਰੀ ਦੇ ਵਿਰੋਧ 'ਚ ਜਿਹੜਾ ਵਾ ਹਮੇਸ਼ਾ ਹੀ ਉਹ ਚਾਹੇ ਲਿਖਣ ਦੇ ਰੂਪ ਦੇ ਵਿੱਚ, ਚਾਹੇ ਜਨਤਕ ਸੰਘਰਸ਼ਾਂ ਦੇ ਰੂਪ ਦੇ ਵਿੱਚ ਉਹ ਆਪਣੇ ਕੰਮ ਜਿਹੜੀ ਆ ਉਹ ਕਰਦੀ ਆਈ ਹੈ। ਅੱਜ ਦੇ ਸੰਦਰਭ ਦੇ ਵਿੱਚ ਵੀ ਅਜੇ ਲੇਖਕ ਜਥੇਬੰਦੀਆਂ ਰਾਜਨੀਤਿਕ ਧਿਰਾਂ ਤੱਕ ਜ਼ਰੂਰ ਇਹ ਅਪਰੋਚ ਕਰਦੀਆਂ। ਤੁਸੀਂ ਹੈਰਾਨ ਹੋਵੋਗੇ ਕਿ ਜਦੋਂ ਪਿਛਲੇਰੇ ਸਾਲ ਜਿਹੜੀ ਪੰਜਾਬ ਵਿਧਾਨ ਸਭਾ ਦੀ ਇਲੈਕਸ਼ਨ ਜਦੋਂ ਪੰਜਾਬ 'ਚ ਹੋਈ ਤੇ ਕੇਂਦਰੀ ਸਭਾ ਨੇ ਸਾਰੀਆਂ ਰਾਜਨੀਤਿਕ ਧਿਰਾਂ ਨੂੰ ਉਹਨਾਂ ਦੇ ਮੁਖੀਆਂ ਨੂੰ ਮਿਲ ਕੇ ਇੱਕ ਯਾਦ ਪੱਤਰ ਦਿੱਤਾ ਕਿ ਆਪਣੇ ਜਿਹੜਾ ਤੁਹਾਡਾ ਇਹ ਆਪਾਂ ਪੱਤਰ ਜਾਰੀ ਕਰਦੇ ਹਾਂ ਮੰਗਾਂ ਦਾ, ਕਿ ਉਹਦੇ ਵਿੱਚ ਜਿਹੜਾ ਵਾ ਇਹ ਭਾਸ਼ਾ ਬਾਰੇ ਆਪਣਾ ਜ਼ਰੂਰ ਨੀਤੀ ਲਿਖੋ ਕਿ ਜੇ ਤੁਹਾਡੀ ਸਰਕਾਰ ਬਣਦੀ ਹੈ, ਪਾਰਟੀ ਜਿਹੜੀ ਆ ਉਹ ਸਰਕਾਰ ਬਣਾਉਂਦੀ ਹੈ, ਤੇ ਤੁਹਾਡਾ ਜਿਹੜਾ ਪੰਜਾਬੀ ਭਾਸ਼ਾ ਪ੍ਰਤੀ ਜਿਹੜਾ ਵਾ ਉਹ ਕੀ ਨੀਤੀ ਹੋਊਗੀ ਤੁਹਾਡੀ। ਤੇ ਹੈਰਾਨੀ ਇਹ ਹੋਈ ਕਿ ਸਿਰਫ ਕੁਝ ਖੱਬੀਆਂ ਧਿਰਾਂ ਨੂੰ ਛੱਡ ਕੇ ਕਿਸੇ ਧਿਰ ਨੇ ਵੀ ਆਪਣੇ ਉਸ ਪੱਤਰ ਦਾ ਹਿੱਸਾ ਜਿਹੜਾ ਵਾ ਉਸ ਲਾਈਨ ਨੂੰ ਨਹੀਂ ਬਣਾਇਆ। ਸਿੱਧੂ ਸਾਹਿਬ, ਜਦੋਂ ਇਹ ਰਾਜਨੀਤਿਕ ਲੋਕ ਸਾਡੇ 'ਚ ਵੋਟਾਂ ਲੈਣ ਆਉਂਦੇ ਆ ਉਦੋਂ ਬੜੇ ਲੱਛੇਦਾਰ ਸ਼ੇਰ ਬੋਲਦੇ ਆ, ਉਦੋਂ ਬੜੀਆਂ ਲੱਛੇਦਾਰ ਉਦਾਹਰਨਾਂ ਸਾਡੀ ਪੰਜਾਬੀ ਭਾਸ਼ਾ 'ਚ ਦਿੰਦੇ ਆ। ਜਦੋਂ ਉਹ ਹੋਂਦ 'ਚ ਆ ਜਾਂਦੇ ਆ, ਰਾਜ ਸੱਤਾ 'ਚ ਆ ਜਾਂਦੇ ਆ, ਉਦੋਂ ਇਹ ਸਾਰਾ ਕੁਝ ਜਿਹੜਾ ਵਾ ਉਹ ਵਿਸਰ ਜਾਂਦੇ ਆ। ਹੈਰਾਨੀ ਇਸ ਗੱਲ ਦੀ ਆ ਕਿ ਜਿਹੜਾ ਸੂਬਾ ਨਰੋਲ ਭਾਸ਼ਾ ਦੇ ਆਧਾਰ 'ਤੇ ਬਣਿਆ ਹੋਵੇ, ਉਹ ਜਿਸ ਸੂਬੇ ਨੂੰ ਬਣਿਆ ਅੱਧੀ ਸਦੀ ਦਾ ਤੋਂ ਵੱਧ ਸਮਾਂ ਲੰਘ ਗਿਆ ਹੋਵੇ, ਅਜੇ ਤੱਕ ਉਹਨੂੰ ਆਪਣੀ ਰਾਜਧਾਨੀ ਨਸੀਬ ਨਹੀਂ ਹੋਈ, ਅਜੇ ਤੱਕ ਉਹਨੂੰ ਆਪਣੀ ਹਾਈ ਕੋਰਟ ਨਸੀਬ ਨਹੀਂ ਹੋਈ। ਅੱਜ ਵੀ ਤੁਸੀਂ ਮਹਿਕਮਾ ਮਾਲ ਦੇ ਦਫ਼ਤਰ 'ਚ ਜਾਓ, ਜਿਹੜੀਆਂ ਆਪਾਂ ਰਜਿਸਟਰੀਆਂ ਕਰਾਉਂਦੇ ਆ, ਅਜੇ ਵੀ ਜਿਹੜੀ 1 ਸਦੀ ਪੁਰਾਣੇ ਜਿਹੜੇ ਆ ਅਰਬੀ ਫਾਰਸੀ ਦੀ ਉਲਝਾਊ ਸ਼ਬਦਾਵਲੀ ਅੱਜ ਵੀ ਸਾਡੇ ਕੋਲ ਹੈ। ਕੀ ਸਾਡੇ ਕੋਲ ਵਿਦਵਾਨ ਹੈ ਨਹੀਂ? ਕੀ ਸਰਕਾਰਾਂ ਨੂੰ ਇੰਨਾ ਟਾਈਮ ਨਹੀਂ ਹੈ ਕਿ ਆਪਾਂ ਉਹਦਾ ਜਿਹੜਾ ਪੰਜਾਬੀਕਰਨ ਕਰਕੇ ਤੇ ਉਹਨੂੰ ਜਿਹੜਾ ਸੋਧਿਆ ਜਾਵੇ? ਇਸ ਕਰਕੇ ਜਿਹੜੀਆਂ ਲੇਖ ਸਭਾਵਾਂ ਨੇ ਜਾਂ ਤੁਹਾਡੇ ਵਰਗੇ ਸੁਹਿਰਦ ਲੋਕ ਨੇ ਜਿਹੜੇ ਭਾਸ਼ਾਵਾਂ ਪ੍ਰਤੀ ਹਮੇਸ਼ਾ ਆਪਣੀ ਜ਼ੁਬਾਨ ਪ੍ਰਤੀ ਜਿਹੜੇ ਆ ਚਿੰਤਤ ਰਹਿੰਦੇ ਆ, ਇਹ ਹਮੇਸ਼ਾ ਜਿਹੜੇ ਆ ਪੰਜਾਬੀ ਭਾਸ਼ਾ ਲਈ ਲੱਗੇ ਆ। ਮੈਨੂੰ ਉਸਤਾਦ ਦਾਮਨ ਦੀਆਂ ਉਹ ਲਾਈਨਾਂ ਹਮੇਸ਼ਾ ਜਿਹੜੀਆਂ ਕੁਝ ਨਾ ਕੁਝ ਕਰਦਾ ਰਹਿਣ ਲਈ ਪ੍ਰੇਰਿਤ ਕਰਦੀਆਂ ਨੇ, ਜਿਹਦੇ 'ਚੋਂ ਕਹਿੰਦਾ ਹੈ ਕਿ ਉਦੋਂ ਤੀਕ ਪੰਜਾਬੀ ਤਾਂ ਨਹੀਂ ਮਰਦੀ ਜਦੋਂ ਤੀਕ ਪੰਜਾਬਣ ਕੁਝ ਜਾਣਦੀ ਰਹੇਗੀ। ਜਦੋਂ ਤੁਹਾਡੇ ਵਰਗੇ ਸਿੱਖ ਚੈਨਲ ਵਰਗੇ ਲੋਕ ਇਸ ਭਾਸ਼ਾ ਨਾਲ ਜੁੜੇ ਮੁੱਦੇ ਉਠਾਉਂਦੇ ਆ, ਕੇਂਦਰੀ ਸਭਾ ਸੰਘਰਸ਼ ਕਰਦੀ ਹੈ, ਅਤੇ ਮੈਨੂੰ ਐਂ ਲੱਗਦਾ ਹੈ ਕਿ ਪੰਜਾਬੀ ਭਾਸ਼ਾ
ਜਿਹਦੇ 'ਚ ਗੁਰੂ ਨਾਨਕ ਸਾਹਿਬ ਨੇ ਆਪਣਾ ਕਲਾਮ ਗਾਇਆ, ਜਿਹਦੇ 'ਚ ਬਾਬੇ ਬੁੱਲੇ ਸ਼ਾਹ ਸ਼ੇਖ ਫਰੀਦ ਹੋਰਾਂ ਨੇ ਜਿਸ ਭਾਸ਼ਾ ਨੂੰ ਮਾਣ ਤਾਣ ਦਿੱਤਾ, ਜਿਸ ਭਾਸ਼ਾ 'ਚ ਅੰਮ੍ਰਿਤਾ ਪ੍ਰੀਤਮ ਨੇ ਵਾਰਿਸ ਸ਼ਾਹ ਨੂੰ ਆਵਾਜ਼ ਮਾਰੀ, ਉਹ ਭਾਸ਼ਾ ਕਦੀ ਵੀ ਜਿਹੜੀ ਹੈ ਉਹ ਨਾ ਗਾਲੀ ਗਲੋਚ ਦੀ ਭਾਸ਼ਾ ਹੈ, ਨਾ ਕੋਈ ਹੋਰ ਭਾਸ਼ਾ ਹੈ। ਉਹ ਭਾਸ਼ਾ ਬੁੱਲਿਆਂ ਦੀ ਹੈ, ਉਹ ਭਾਸ਼ਾ ਦੁੱਲਿਆਂ ਦੀ ਹੈ, ਉਹ ਭਾਸ਼ਾ ਗੁਰੂਆਂ ਦੀ ਹੈ, ਉਹ ਪੀਰਾਂ ਦੀ ਹੈ, ਉਹ ਨਾਥਾਂ ਦੀ ਹੈ, ਉਹ ਜੋਗੀਆਂ ਦੀ ਹੈ, ਉਹ ਸਿੱਖ ਚੈਨਲ ਵਾਲਿਆਂ ਵਰਗੇ ਦਾਨਸ਼ਵਰਾਂ ਦੀ ਭਾਸ਼ਾ ਵਾ। ਉਹ ਭਾਸ਼ਾ ਨੂੰ ਕੋਈ ਜਿਹੜਾ ਖਤਰਾ ਜਿਹੜਾ ਉਹ ਕਦੀ ਵੀ ਨਹੀਂ ਲੱਗਦਾ ਜੀ। ਸੋ ਬਹੁਤ ਧੰਨਵਾਦ ਦੀਪਦਵਿੰਦਰ ਸਿੰਘ ਜੀ, ਤੁਸੀਂ ਸਾਡੇ ਪ੍ਰੋਗਰਾਮ ਦੇ ਵਿੱਚ ਤੁਹਾਡੀ ਆਮਦ ਹੋਈ। ਅੱਜ ਪੰਜਾਬੀ ਮਾਂ ਬੋਲੀ ਦੇ ਬਾਰੇ ਗੱਲ ਕੀਤੀ। ਜਿਹੜੀ ਗੱਲਾਂ ਆਪਾਂ ਕੀਤੀਆਂ ਹੈਗੀਆਂ ਇਹਨਾਂ ਦੇ ਉੱਤੇ ਫਿਰ ਆਪਾਂ ਅਗਾਂਹ ਗੱਲ ਨੂੰ ਜਾਰੀ ਰੱਖਦੇ ਹੋਏ ਅਗਲੇ ਪ੍ਰੋਗਰਾਮ ਦੇ ਵਿੱਚ ਫਿਰ ਆਪਾਂ ਇਸੇ ਮੁੱਦੇ ਨੂੰ ਹੀ ਲੈ ਕੇ ਚੱਲਾਂਗੇ। ਸੋ ਇੱਦਾਂ ਦੇ ਜਿਹੜੇ ਮੁੱਦੇ ਅੱਜ ਕੱਲ੍ਹ ਪੰਜਾਬੀ ਮਾਂ ਬੋਲੀ ਦੇ ਬਾਰੇ ਵਿੱਚ ਹੈਗੇ ਆ, ਉਹਦੇ ਬਾਰੇ ਇਹ ਕਿਹਾ ਜਾ ਸਕਦਾ ਕਿ ਸਾਡੀ ਬੋਲੀ ਨੂੰ ਜਿੰਨਾ ਚਿਰ ਤੱਕ ਖਤਰਾ ਸਾਨੂੰ ਉਹਨਾਂ ਬਾਹਰੋਂ ਨਹੀਂ ਜਿੰਨਾ ਆਪਣਿਆਂ ਤੋਂ ਹੋਇਆ ਪਿਆ, ਜਿੰਨਾ ਚਿਰ ਤੱਕ ਸਾਨੂੰ ਉਹਨਾਂ ਖਤਰਿਆਂ ਦੇ ਉੱਤੋਂ ਪੂਰੀ ਤਰ੍ਹਾਂ ਸੁਰੱਖਿਆ ਨਹੀਂ ਮਿਲ ਜਾਂਦੀ, ਜਿੰਨਾ ਚਿਰ ਤੱਕ ਅਸੀਂ ਉਹਦਾ ਹੱਕ ਜਿਹੜਾ ਆ ਬਣਦਾ ਉਹਨੂੰ ਨਹੀਂ ਦੇ ਸਕਦੇ, ਉਹਨਾਂ ਚਿਰ ਤੱਕ ਜਿਹੜਾ ਇਹ ਸੰਘਰਸ਼ ਹੈ ਉਹ ਜਾਰੀ ਰਹੂਗਾ। ਸੋ ਇੱਥੇ ਹੀ ਅੱਜ ਦਾ ਇਹ ਪ੍ਰੋਗਰਾਮ ਸਾਹਿਤ ਦੇ ਅੰਗ ਸੰਗ ਸਮਾਪਤ ਕਰਦੇ ਹੈਗੇ ਆ। ਅਗਲੀ ਵਾਰੀ ਫੇਰ ਕਿਸੇ ਹੋਰ ਸ਼ਖਸੀਅਤ ਨੂੰ ਤੁਹਾਡੇ ਰੂਬਰੂ ਕਰਾਂਗੇ। ਸੋ ਉਹ ਤੱਕ ਲਈ ਦਿਓ ਆਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।